ਬਿਸਮਿਲ੍ਲਾ ਰਹਿਮਾਨ ਰਹੀਮ। ਪਾਕਿਸਤਾਨ ਦੀ ਟੀਮ ਵਰਲਡ ਕੱਪ ਤੋਂ ਬਾਅਦ ਖੇਰੂ ਖੇਰੂ ਹੋ ਕੇ ਜਨਾਬ ਵਾਪਸ ਆ ਗਈ ਹੈ। ਕੁਝ ਲੋਕ ਜਿਹੜੇ ਨੇ ਅਮਰੀਕਾ 'ਚ ਛੁੱਟੀਆਂ ਗੁਜ਼ਾਰਨ ਡਏ ਨੇ, ਕੁਝ ਲੋਕ ਜਿਹੜੇ ਨੇ ਦੂਜੇ ਮੁਲਕਾਂ 'ਚ ਚਲੇ ਗਏ, ਔਰ ਬਾਕੀ ਜਿਹੜੇ ਕੁਝ ਢਾਈ ਢੋਟਰੂ ਨੇ ਉਹ ਵਾਪਸ ਆ ਗਏ। ਤੇ ਇਹ ਟੀਮ ਦਾ ਤਾਂ ਸਫ਼ਰ ਰੁਕ ਗਿਆ, ਪਰ ਪਾਕਿਸਤਾਨ ਕ੍ਰਿਕਟ ਦਾ ਸਫ਼ਰ ਨਹੀਂ ਰੁਕਿਆ। ਇਹਦੀ ਅੱਗੇ ਸ਼ਕਲ ਕੀ ਬਣੇਗੀ? ਟੀਮ ਕੋਈ ਚੰਗੀ ਸਿਲੈਕਟ ਹੋ ਪਾਏਗੀ, ਨਹੀਂ ਹੋ ਪਾਏਗੀ? ਕ੍ਰਿਕਟ ਸ਼ੌਕੀਨ ਕੀ ਚਾਹੁੰਦੇ ਨੇ? ਕ੍ਰਿਕਟ ਬੋਰਡ ਕੀ ਕਰੇਗਾ? ਔਰ ਇਸ ਤੋਂ ਇਲਾਵਾ ਵਰਲਡ ਕੱਪ ਜਿਹੜਾ ਹੈ ਹੁਣ T20 ਉਹਦੇ ਵਿੱਚ ਕੀ ਪੋਜੀਸ਼ਨ ਹੈ? ਇਹਦੇ ਬਾਰੇ ਗੱਲ ਫਿਰ ਅੱਜ ਸਾਡੇ ਨਾਲ ਹੈਗੇ ਨੇ ਅਬਦੁਲਸਤਾਰ ਹਾਸ਼ਮੀ ਸਾਹਿਬ। ਤੇ ਹਾਸ਼ਮੀ ਸਾਹਿਬ, ਕੀ ਦੱਸੋਗੇ ਤੁਸੀਂ? ਪਹਿਲੇ ਪਾਕਿਸਤਾਨ ਦੀ ਕ੍ਰਿਕਟ ਟੀਮ ਬਾਰੇ ਗੱਲ ਕਰ ਲਓ। ਤੁਸੀਂ ਬਾਬਰ ਆਜ਼ਮ ਬਾਰੇ ਵੀ ਕੁਝ ਦੱਸਣ ਰਹੇ ਸੀ। ਅਸ਼ਰਫ ਸਾਹਿਬ, ਗੱਲ ਇਹ ਵੇ ਕਿ ਇਸ ਵੇਲੇ ਜਿਹੜੀ ਤੁਸੀਂ ਸੂਰਤ-ਏ-ਹਾਲ ਦੱਸੀ ਹੈ ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਪਾਕਿਸਤਾਨ ਆ ਗਏ ਨੇ ਤੇ ਉਹ ਵੀ ਆ ਕੇ ਘਰ ਮੂੰਹ ਛੁਪਾ ਕੇ ਬੈਠੇ ਨੇ, ਬਾਹਰ ਨਹੀਂ ਨਿਕਲਦੇ, ਕਿਉਂਕਿ ਪਬਲਿਕ ਰਿਐਕਸ਼ਨ ਜਿਹੜਾ ਨਾ ਬੜਾ ਸ਼ਦੀਦ ਹੈ। ਹਾਰਿਸ ਰਊਫ ਦੀ ਤੁਸੀਂ ਮਿਸਾਲ ਦੇਖੀ, ਉੱਥੇ ਅਮਰੀਕਾ 'ਚ ਆਪਣੀ ਬੁੱਢੀ ਦੇ ਨਾਲ ਜਾ ਰਿਹਾ ਸੀ ਤੇ ਕਿਸੇ ਨੇ ਗਾਲ ਕੱਢ ਦਿੱਤੀ, ਉੱਥੇ ਹਾਥਾਪਾਈ ਆ ਗਈ। ਇਹੋ ਜਿਹੇ ਮਨਾਜ਼ਰ ਜਿਹੜੇ ਨੇ ਉਹ ਜਗ੍ਹਾ ਜਗ੍ਹਾ ਤੇ ਦੇਖਣ ਨੂੰ ਮਿਲਣਗੇ, ਇਸ ਵਾਸਤੇ ਕਿ ਇਹ ਲੋਕ ਪਾਕਿਸਤਾਨੀ ਕੌਮ ਦੇ ਜਜ਼ਬਾਤ ਦੀ ਕਾਤਲ ਹੈ। ਇੱਕ ਵੱਡੀ ਗੱਲ ਜਿਹੜੀ। ਦੂਸਰੀ ਜਿਹੜੀ ਗੱਲ ਤੁਸੀਂ ਕਹਿ ਰਹੇ ਜੇ ਨਾ ਕਿ ਹੁਣ ਟੀਮ ਦਾ ਕੀ ਬਣੇਗਾ। ਅੱਛਾ, ਇਹ ਤੈਅ ਕੀਤਾ ਗਿਆ ਸੀ ਕਿ ਵੀ ਪਾਕਿਸਤਾਨ ਕ੍ਰਿਕਟ ਬੋਰਡ ਜਿਹੜਾ ਨਾ ਉਹ ਸਰਜਰੀ ਕਰੇਗਾ, ਲੇਕਿਨ ਉਹ ਜਿਹੜੀ ਸਰਜਰੀ ਹੈ ਨਾ ਉਹ ਟੀਮ ਦੀ ਬਜਾਏ ਕਜ਼ਾਫੀ ਸਟੇਡੀਅਮ ਦੀ ਹੋਣ ਰਹੀ ਹੈ। ਉਹਨਾਂ ਨੇ ਕਜ਼ਾਫੀ ਸਟੇਡੀਅਮ ਦਾ ਜਿਹੜਾ ਵੱਡੀ ਇਮਾਰਤ ਹੈ ਉਹ ਗਿਰਾ ਦਿੱਤੀ ਹੈ। ਇਮਰਾਨ ਖਾਨ ਤੇ ਫਜ਼ਲ ਮਹਿਮੂਦ ਐਨਕਲੋਇਰ ਗਿਰਾ ਦਿੱਤਾ ਹੈ। ਹੁਣ ਉੱਥੇ ਡਬਲ ਸਟੈਂਡ ਇਮਾਰਤ ਬਣੇਗੀ, ਵੱਡੀ ਖੁੱਲ੍ਹੀ ਕਰਨਗੇ ਉਹਨੂੰ, ਕਿਉਂਕਿ ਚੈਂਪੀਅਨਸ ਟਰਾਫੀ ਆ ਰਹੀ ਉਹਦੀ ਤਿਆਰੀ ਕਰ ਰਹੇ ਨੇ, ਚੰਗਾ ਰੁਪਈਆ ਖਰਚ ਕਰਨ ਦੇ ਨੇ, ਲੇਕਿਨ ਟੀਮ ਵੱਲ ਕੋਈ ਨਹੀਂ ਆ ਰਿਹਾ। ਅੱਛਾ, ਉਹਦਾ ਨੁਕਸਾਨ ਇਹ ਹੋਇਆ ਕਿ ਜਾਂ ਤਾਂ ਤੁਸੀਂ ਟੀਮ ਅੱਜ ਆਏ ਨੂੰ 4-5 ਦਿਨ ਹੋ ਗਏ ਨੇ ਤਾਂ ਤੁਸੀਂ ਬਹਿ ਕੇ ਇੱਕ ਫੈਸਲਾ ਕਰੋ, ਜਿਹੜਾ ਕੱਟਾ-ਕੱਟੀ ਕਰਨਾ ਹੈ ਉਹ ਕੱਢ ਲਓ ਕੇ ਸਾਨੂੰ ਦੱਸੋ ਵੀ ਅਸੀਂ ਇਹ ਕੀਤਾ ਤਾਂ ਕਿ ਕੌਮ ਮੁਤਮਈਨ ਹੋ ਸਕੇ। ਹੁਣ ਮੋਹਸਿਨ ਨਕਵੀ ਸਾਹਿਬ ਜਿਹੜੇ ਨੇ ਉਹ ਖਾਮੋਸ਼ ਬੈਠੇ ਨੇ ਤੇ ਇਹ ਜਿਹੜੀ ਗੱਲ ਨੇ ਇਹ ਉਹਨਾਂ ਲੋਕਾਂ ਦੇ ਹੱਥਾਂ 'ਚ ਆ ਗਈ ਹੈ ਜਿਨ੍ਹਾਂ ਨੇ ਤਮਾਸ਼ਾ ਬਣਾਇਆ ਹੈ। ਯੂਟਿਊਬਰਸ ਦੇ ਹੱਥ ਆ ਗਈ, ਕੋਈ ਸਹਾਫੀਆਂ ਦੇ ਹੱਥ ਆ ਗਈ, ਉਹਨਾਂ ਨੇ ਆਪਣੀ ਸਿਆਸੀਆਂ ਦੁਕਾਨਾਂ ਛੱਡੀਆਂ ਨੇ ਤੇ ਹੁਣ ਇੱਕ ਨਵੀਂ ਜਿਹੜੀ ਹੈ ਨਾ ਉਹ ਦੁਕਾਨ ਬਣਾ ਲਈ ਹੈ ਕ੍ਰਿਕਟ ਦੀ। ਜਿਹਨੂੰ ਕ੍ਰਿਕਟ ਦਾ ਅਲਫ ਬੇ ਵੀ ਨਹੀਂ ਪਤਾ ਉਹ ਵੀ ਵੱਡਾ ਮਾਹਿਰ ਬਣਾ ਬੈਠਾ ਹੈ। ਹੁਣ ਦੇਖੋ ਇਹਦੇ 'ਚ ਮੈਂ ਤੁਹਾਨੂੰ ਇੱਕ ਬਾਬਰ ਆਜ਼ਮ ਦੀ ਗੱਲ ਦੱਸਣਾ। ਜੇ ਤੁਹਾਨੂੰ ਯਾਦ ਹੋਵੇਗਾ, ਗੈਰੀ ਕ੍ਰਿਸਟਨ ਨੇ ਇੱਕ ਟੀਮ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਟੀਮ ਸਿਰੇ ਤੋਂ ਟੀਮ ਹੈ ਹੀ ਨਹੀਂ, ਇਹਦੇ 'ਚ ਇਤਿਹਾਦ ਨਹੀਂ ਹੈ। ਇਹ ਗੱਲ ਬਾਹਰ ਆ ਗਈ। ਅੱਛਾ, ਉਹ ਇਸ ਗੱਲ ਨੂੰ ਹੋਏ ਨੂੰ ਵੀ ਕਿੰਨੇ ਦਿਨ ਹੋ ਗਏ ਨੇ। ਉਸ ਤੋਂ ਬਾਅਦ ਬਾਬਰ ਆਜ਼ਮ ਦੇ ਮੁਤਲਕ ਜਿਹੜੀ ਨਵੀਂ ਗੱਲ ਆਈ ਕਿ ਗੈਰੀ ਕ੍ਰਿਸਟਨ ਦੀ ਤਕਰੀਰ ਤੋਂ ਬਾਅਦ ਬਾਬਰ ਆਜ਼ਮ ਨੇ ਤਕਰੀਰ ਕੀਤੀ ਔਰ ਉਹਨੇ ਇਹ ਕਿਹਾ ਕਿ ਮੈਂ ਜਦੋਂ ਪਾਕਿਸਤਾਨ 'ਚੋਂ ਆਪਣੀ ਟੀਮ ਲੈ ਕੇ ਚੱਲਿਆ ਸੀ ਨਾ, ਮੈਨੂੰ ਉਦੋਂ ਹੀ ਅੰਦਾਜ਼ਾ ਸੀ ਕਿ ਜਾਂ ਤੇ ਅਸੀਂ ਵਰਲਡ ਕੱਪ ਦੇ ਪਹਿਲੇ ਮਰਹਲੇ 'ਚ ਹੀ ਆਊਟ ਹੋ ਜਾਵਾਂਗੇ ਜਾਂ ਜਲਦੀ ਨਿਕਲ ਜਾਵਾਂਗੇ ਟੀਮ, ਅਸੀਂ ਵਰਲਡ ਕੱਪ ਦੇ ਫਾਈਨਲ ਤੱਕ, ਸੈਮੀਫਾਈਨਲ ਤੱਕ ਨਹੀਂ ਪਹੁੰਚਾਂਗੇ। ਇਸ ਵਾਸਤੇ ਕਿ ਕੁਝ ਜਿਹੜੇ ਲੜਕੇ ਸੀ ਨਾ ਉਹ ਮੇਰੀ ਕਪਤਾਨੀ ਨੂੰ ਲੈ ਕੇ ਇੱਧਰ ਉੱਧਰ ਗੱਲਾਂ ਕਰਦੇ ਸੀ ਔਰ ਉਹਨਾਂ ਨੇ ਬਹੁਤ ਸ਼ਦੀਦ ਤਹਫ਼ਜ਼ਾਤ ਦਾ ਇਜ਼ਹਾਰ ਕੀਤਾ। ਯਾਨੀ ਉਹ ਜਿਹੜੀ ਗੱਲ ਹੈ ਕਿ ਪਾਕਿਸਤਾਨ ਟੀਮ ਦੇ ਵਿੱਚ ਗਰੁੱਪਿੰਗ ਹੈਗੀ, ਹਾਂ, ਇਹਦੀ ਜਿਹੜਾ ਸਬੂਤ ਦੇਤਾ ਬਾਬਰ ਆਜ਼ਮ ਦੀ ਸਪੀਚ 'ਚ, ਉਹਨੇ ਕਹਿ ਦਿੱਤਾ ਕਿ ਜਨਾਬ ਮੈਨੂੰ ਪਤਾ ਸੀ ਕਿ ਇਹ ਲੋਕ ਮੇਰੇ ਨਾਲ ਨਹੀਂ ਚੱਲਣ ਵਾਲੇ ਔਰ ਅੱਜ ਮੈਨੂੰ ਤੁਸੀਂ ਜ਼ਿੰਮੇਦਾਰ ਨਾ ਠਹਿਰਾਓ, ਇਹ 11 ਖਿਡਾਰੀਆਂ ਨੇ ਵੀ ਠਹਿਰਾਓ ਔਰ ਉਹ ਲੋਕ ਜਿਨ੍ਹਾਂ ਨੇ ਪਰਫਾਰਮੈਂਸ ਨਹੀਂ ਦਿੱਤੀ ਉਹਨਾਂ ਨੂੰ ਪੁੱਛੋ ਨਾ ਕਿ ਤੁਸੀਂ ਪਰਫਾਰਮੈਂਸ ਕਿਉਂ ਨਹੀਂ ਦਿੱਤੀ। ਹਾਲਾਂਕਿ ਅਸੀਂ 2 ਮੈਚ ਜਿੱਤੇ ਹੋਏ ਜਿਹੜੇ ਉਹ ਹਾਰੇ ਆ ਔਰ ਹਾਰਨ ਦੀ ਵਜ੍ਹਾ ਸਿਰਫ ਇਹ ਕਿ ਸਾਡੇ 'ਚ ਏਕਤਾ ਨਹੀਂ ਸੀਗੀ, ਇਤਿਹਾਦ ਨਹੀਂ ਸੀ ਹੈ ਤੇ ਅਸੀਂ ਇੱਕ ਦੂਸਰੇ ਦੇ ਨਾਲ ਇੱਕ ਮੁੱਠ ਨਹੀਂ ਸੀਗੇ। ਸਾਰਿਆਂ ਦੇ ਆਪਣੇ ਆਪਣੇ ਮਫਾਦਾਤ ਸੀ ਔਰ ਉਹ ਆਪਣੇ ਮਫਾਦਾਤ ਨੂੰ ਉਹਨਾਂ ਨੇ ਅਜ਼ੀਜ਼ ਰੱਖਿਆ, ਪਾਕਿਸਤਾਨ ਨੂੰ ਅਜ਼ੀਜ਼ ਨਾ ਰੱਖਿਆ। ਇਹ ਬਾਬਰ ਦੀ ਬੜੀ ਸਖਤ ਤਕਰੀਰ ਸੀ। ਅੱਛਾ, ਬਾਬਰ ਨੇ ਸਪੀਚ ਕਰ ਦਿੱਤੀ, ਸਾਰੇ ਲੋਕ ਚੁੱਪ ਕਰ ਗਏ, ਕੋਈ ਮਤਲਬ ਗੱਲ ਨਹੀਂ। ਹੁਣ ਉਹ ਗੱਲ ਜਿਹੜੀ ਨਾ ਬਾਹਰ ਆਈ। ਅੱਛਾ, ਹੁਣ ਮੈਂ ਇਹ ਕਹਿਣਾ ਕਿ ਇਹ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਨੇ, ਮਸਲਨ ਇੱਕ ਸਹਾਫੀ ਉਹਨੇ ਕਹਿਤਾ ਜੀ ਬਾਬਰ ਆਜ਼ਮ ਤੇ ਮੈਚ ਫਿਕਸਿੰਗ ਦਾ ਇਲਜ਼ਾਮ ਲਾਤਾ ਔਰ ਗੱਡੀਆਂ ਤੇ ਪਤਾ ਨਹੀਂ ਕਾਰਾਂ ਤੇ ਅਪਾਰਟਮੈਂਟਸ ਕਈ ਚੀਜ਼ਾਂ ਨੇ ਕੱਢ ਕੇ ਰੱਖ ਦਿੱਤੀਆਂ। ਅੱਛਾ, ਮੈਂ ਇਹ ਕਹਿਣਾ ਕਿ ਉਹ ਜਿਹੜਾ ਸਹਾਫੀ ਹੈ ਨਾ ਬੜਾ ਵੱਡਾ ਸਹਾਫੀ ਹੈ ਜਿਹਨੂੰ ਅਸੀਂ ਇਲਜ਼ਾਮ ਲਗਾਉਣ ਦਾ ਬਾਦਸ਼ਾਹ ਵੀ ਕਹਿ ਸਕਦੇ ਹਾਂ। ਮੇਰਾ ਉਸ ਸਹਾਫੀ ਨੂੰ ਚੈਲੰਜ ਹੈ ਕਿ ਤੂੰ ਇਹ ਜਿਹੜੀ ਗੱਲ ਕੀਤੀ ਹੈ ਨਾ ਇਹ ਜ਼ਰਾ ਬਰਤਾਨੀਆ ਕਰ ਜਾ ਕੇ, ਤਾਂ ਕਿ ਤੈਨੂੰ ਪਤਾ ਚੱਲੇ ਕਿ ਤੈਨੂੰ ਕੋਰਟ ਦੇ ਵਿੱਚ ਕਿੰਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ। ਪਾਕਿਸਤਾਨ 'ਚ ਕੋਈ ਐਸਾ ਕਾਨੂੰਨ ਹੈ ਹੀ ਨਹੀਂ, 200 ਸਾਲ ਪੁਰਾਣਾ ਇਹ ਕਾਨੂੰਨ ਹੈ ਜਿਹਦੇ ਤਹਿਤ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇੱਥੇ ਜਿਹਦੇ ਮੂੰਹ 'ਚ ਜੋ ਗੱਲ ਆਉਂਦੀ ਉਹ ਕਰ ਛੱਡਦਾ। ਪਿਛਲੇ ਦਿਨਾਂ 'ਚ ਇੱਕ ਹੋਰ ਸਹਾਫੀ ਨੇ ਸ਼ਾਇਦ ਅਫਰੀਦੀ ਨਾਲ ਪੰਗਾ ਪਾਇਆ ਸੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕ੍ਰਿਕਟ ਬੋਰਡ ਦੀ ਵਜ੍ਹਾ ਤੋਂ ਆਈਆਂ ਨੇ ਕਿ ਕ੍ਰਿਕਟ ਬੋਰਡ ਖਾਮੋਸ਼ ਹੈ ਤੇ ਬਾਕੀ ਲੋਕ ਜਿਹੜੇ ਨੇ ਇਹਨੂੰ ਛੱਜ 'ਚ ਪਾ ਕੇ ਚੰਗਾ ਉਹਨੂੰ ਛਾਨਣ ਦੇ ਨੇ, ਤਮਾਸ਼ਾ ਲਾਇਆ ਜਿਹੜਾ ਕਿ ਪਾਕਿਸਤਾਨ ਕ੍ਰਿਕਟ ਵਾਸਤੇ ਬਿਹਤਰ ਨਹੀਂ ਹੈ। ਠੀਕ ਹੈ, ਤੁਸੀਂ ਜਿਹਨੂੰ ਤਬਦੀਲ ਕਰਨਾ ਹੈ ਕਰੋ, ਜਿਹਨੂੰ ਲਿਆਉਣਾ ਲਿਆਓ, ਇੱਕ ਯੂਨਿਟੀ ਕਾਇਮ ਕਰੋ, ਇੱਕ ਟੀਮ ਬਣਾਓ ਔਰ ਉਸ ਟੀਮ ਦਾ ਇੱਕ ਬਿਹਤਰੀਨ ਜਿਹੜਾ ਨਾ ਉਹ ਐਕਸਪੋਜ਼ਰ ਦੇਵੋ ਤਾਂ ਕਿ ਅੱਗੋਂ ਚੈਂਪੀਅਨਸ ਟਰਾਫੀ ਸਾਡੇ ਸਿਰ ਤੇ ਹੈ, ਬੰਗਲਾਦੇਸ਼ ਦਾ ਦੌਰਾ ਸਾਡੇ ਸਿਰ ਤੇ ਹੈ, ਸਾਊਥ ਅਫਰੀਕਾ ਦਾ ਦੌਰਾ ਸਾਡੇ ਸਿਰ ਤੇ ਹੈ ਤੇ ਇਹ ਕ੍ਰਿਕਟ ਤੇ ਨਹੀਂ ਮੁੱਕਣੀ ਨਾ, ਕ੍ਰਿਕਟ ਤੇ ਚੱਲਦੀ ਰਹਿਣੀ ਹੈ। ਅੱਛਾ ਹਾਸ਼ਮੀ ਸਾਹਿਬ, ਹੁਣ ਤੱਕ ਅਸੀਂ ਸਾਰੀਆਂ ਗੱਲਾਂ ਕੀਤੀਆਂ, ਲੇਕਿਨ ਸਾਡੇ ਮੁਲਕ ਹਮਸਾਏ ਮੁਲਕ ਦੀ ਟੀਮ ਪਿਛਲੇ ਕਈ ਸਾਲਾਂ ਤੋਂ ਬਹੁਤ ਅੱਛਾ ਪਰਫਾਰਮ ਕਰਨ ਰਹੀ। ਇੰਡੀਆ ਦੀ ਮੈਂ ਗੱਲ ਕਰਨ ਡਿਆ। ਇਸ ਟੂਰਨਾਮੈਂਟ 'ਚ ਤੁਸੀਂ ਕੀ ਵੇਖ ਰਹੇ ਜੇ ਕਿ ਇੰਡੀਆ ਤੁਹਾਨੂੰ ਜਿੱਤਦੀ ਨਜ਼ਰ ਆ ਰਹੀ? ਦੇਖੋ, ਇੰਡੀਆ ਜਿਹੜੀ ਨਾ ਉਹ ਅਨਡਿਫੀਟੇਬਲ ਹੈ, ਹਜੇ ਤੱਕ ਕੋਈ ਮੈਚ ਨਹੀਂ ਹਾਰੀ, ਸਾਰੇ ਮੈਚ ਜਿੱਤਦੀ ਆ ਰਹੀ।
ਦੂਸਰੀ ਤਰਫ ਆਸਟ੍ਰੇਲੀਆ ਜਿਹੜੀ ਉਹ ਵੀ ਸਾਰੇ ਮੈਚ ਜਿੱਤੀ ਆ ਰਹੀ ਹੈ। ਕੱਲ ਇਹਨਾਂ ਨੇ ਅਫਗਾਨਿਸਤਾਨ ਬੜਾ ਤਿੰਗੜਦਾ ਸੀ ਔਰ ਬੜੇ ਰੌਲਾ ਪਾਇਆ ਸੀ ਕਿ ਅਸੀਂ ਪਤਾ ਨਹੀਂ ਕੀ ਬਲਾ ਬਣ ਬੈਠੇ। ਕੱਲ ਇੰਡੀਆ ਨੇ ਅਫਗਾਨਿਸਤਾਨ ਨੂੰ ਸਬਕ ਸਿਖਾ ਦਿੱਤਾ ਕਿ ਭਾਈ ਠੀਕ ਹੈ, ਵੱਡੇ ਵੱਡੇ ख्वाब ਦੇਖਣਾ ਅੱਛੀ ਗੱਲ ਹੈ, ਲੇਕਿਨ ਇਹਨਾਂ ख्वाबाਂ ਨੂੰ ਪਾਉਣ ਵਾਸਤੇ ਤੁਹਾਨੂੰ ਸਖਤ ਮਿਹਨਤ ਦੀ ਜ਼ਰੂਰਤ ਹੈ। ਤੁਸੀਂ ਇਸ ਸਟੈਂਡਰਡ ਤੇ ਨਹੀਂ ਪਹੁੰਚੇ। ਔਰ ਕੱਲ ਉਹਨਾਂ ਨੇ ਜਿਹੜਾ ਅਫਗਾਨਿਸਤਾਨ ਜਿੱਤਿਆ ਹੋਇਆ ਮੈਚ ਸੀ ਨਾ, ਉਹ ਜਿਹੜਾ ਇੰਡੀਆ ਸੀ ਉਹਨੇ ਇੱਕ ਤਰਫਾ ਕਰਕੇ ਬਣਾ ਕੇ ਉਹਨੂੰ ਜਿੱਤ ਲਿਆ। ਔਰ ਇਹ ਬੜਾ ਕਲਾਸ ਦੱਸੀ ਉਹਨਾਂ ਨੇ ਕਿ ਅਸੀਂ ਕਲਾਸ 'ਚ ਹਾਂ। ਅੱਛਾ, ਦੂਸਰੀ ਤਰਫ ਜਿਹੜਾ ਹੈਗਾ ਕਿ ਉਹ ਆਸਟ੍ਰੇਲੀਆ, ਤੁਸੀਂ ਦੇਖੋ ਕੱਲ ਪੈਟ ਕੈਮਜ਼ ਨੇ ਇੱਕ ਉਹ ਕੀਤੀ ਹੈ, हैट्रिक भी की है। 3 खिलाड़ी उन्हें आउट किए ने बांग्लादेश के और वो भी जित गए ने और अगले महल मतलब सैमीफाइनल तो एक कदम पिछे है। लेकिन अगला जो मैच अज जो खेलिया जाना वो बड़ा जबरदस्त है। वो इंग्लैंड और साउथ अफ्रीका मध्य मुकाबले ने। साउथ अफ्रीका जी भी कोई मैच नहीं हारी अजे तक, लेकिन वो 3 मैच जोड़े सी बांग्लादेश खिलाफ, नीदरलैंड के खिलाफ और एक और नेपाल के खिलाफ वो बड़े क्लोज मार्जन नाल जिते सी। जितन की सिर्फ एक ही वजह सी कि जोड़े जनूबी अफ्रीका के खिलाड़ी से ना या कप्तान से उन्हें अपने नर्व्स जो कायम रखे, अपने आसान खतान नहीं होने देते, जिहदी वजह तो मैच जित गए। अदरवाइज वो मैच हार भी सकते सी। दूसरी तरफ जी इंग्लिश की टीम है ना, इंग्लिश टीम बड़ी थकी टुटी हारी इत्थों तक पहुंची, लेकिन आंदे उन्होंने वैस्ट इंडीज़ में हरा के ते अपना दिखा दिता कि असीं दिफाई चैंपीयन है, असीं अपने एजाज़ का दिफा करांगे। और यह भी अज शाम का मैच भी बड़ा कांटेदार। अगले ਜਿਹੜੇ 4 ਹੈਗੇ ਨੇ ਟਾਪ 4 ਹਾਂਜੀ ਕਿਹੜੇ ਮੁਲਕ ਜਾਂਦੇ ਨਜ਼ਰ ਆਉਂਦੇ ਨੇ ਜੀ? ਉਹਦੇ ਚ ਆਸਟ੍ਰੇਲੀਆ, ਇੰਡੀਆ ਔਰ ਵੈਸਟ ਇੰਡੀਜ਼ ਆਏਗੀ ਔਰ ਇੰਗਲੈਂਡ ਆਏਗਾ ਮੇਰੇ ਖਿਆਲ ਚ। ਟੂਰਨਾਮੈਂਟ ਦਾ ਜਿਹੜਾ ਸੈਮੀਫਾਈਨਲ ਉਹ ਤਾਂ ਫਿਰ ਚੰਗਾ ਬਣ ਗਿਆ। ਹਾਂਜੀ, ਚੰਗਾ ਭਲਾ ਬਣ ਗਿਆ, ਅੱਛਾ ਬਣ ਗਿਆ, ਚੰਗਾ ਭਲਾ ਬਣ ਗਿਆ। ਵੈਸਟ ਇੰਡੀਜ਼ ਦੀ ਵਜ੍ਹਾ ਨਾਲ ਮੇਰੇ ਖਿਆਲ ਇੱਕ ਨਵਾਂ ਇਹਨੂੰ ਬੂਸਟ ਵੀ ਮਿਲੇਗਾ, ਇੰਜੈਕਟ ਹੋਏਗਾ। ਦੇਖੋ ਵੈਸਟ ਇੰਡੀਜ਼ ਦੀ ਟੀਮ ਸੀ ਨਾ 2023 ਦੇ ਵਰਲਡ ਕੱਪ ਚ ਖੇਲ ਨਹੀਂ ਸੀ ਰਹੀ ਕਿਉਂਕਿ ਕੁਆਲੀਫਾਈ ਨਹੀਂ ਸੀ ਕੀਤਾ ਉਹਨੇ। ਹੁਣ ਇਸ ਮੈਚ ਦੇ ਵਿੱਚ ਇਹ ਨਾ ਇਸ ਟੂਰਨਾਮੈਂਟ ਚ ਬਤੌਰ ਮੇਜ਼ਬਾਨ ਉਹ ਇਹਦਾ ਹਿੱਸਾ ਬਣੀ, ਲੇਕਿਨ ਉਹਨੇ ਦੱਸਿਆ ਕਿ 10 ਮਹੀਨਿਆਂ ਦੇ ਵਿੱਚ ਉਹਨੇ ਆਪਣੀ ਕਾਰਕਰਦਗੀ ਨੂੰ ਬਿਹਤਰ ਬਣਾਇਆ ਔਰ ਬੜੀ ਭਲਵਾਨ ਟਾਈਪ ਟੀਮ ਬਣ ਕੇ ਸਾਹਮਣੇ ਆਈ। ਔਰ ਮੈਂ ਤੁਹਾਨੂੰ ਇਹ ਦੱਸ ਕੇ ਹੈਰਾਨ ਕਰ ਦੇਵਾਂ ਕਿ ਅਪਸੈਟ ਵੀ ਹੋ ਸਕਦਾ ਹੈ। ਅਸੀਂ ਇੰਡੀਆ ਔਰ ਆਸਟ੍ਰੇਲੀਆ ਨੂੰ ਫਾਈਨਲ 'ਚ ਪਹੁੰਚਾਇਆ ਹੈ ਨਾ, ਹੋ ਸਕਦਾ ਹੈ ਕਿ ਜਿਹੜਾ ਸ੍ਰੀਲੰਕਾ ਉਹ ਆਪਣੇ ਘਰ ਦੀਆਂ ਜਿਹੜੀਆਂ ਗਰਾਊਂਡਾਂ ਨੇ ਉਹਦੇ 'ਚ ਕਿਸੇ ਨੂੰ ਖੰਘਾ ਨਹੀਂ ਨਾ ਦੇਵੇ। ਔਰ ਦੂਸਰਾ ਜਿਹੜਾ ਇੰਗਲਿਸ਼ ਟੀਮ ਜਿਹੜੀ ਆ ਰਹੀ ਹੈ ਬੜੀ ਮਤਲਬ ਮਾਰ ਧਾੜ ਕਰਕੇ ਹੁਣ ਜਿਹੜਾ ਆਪਣਾ ਆਪ ਦਿਖਾ ਰਹੀ, ਹੋ ਸਕਦਾ ਉਹ ਇਸ ਟੂਰਨਾਮੈਂਟ ਨੂੰ ਏਸ਼ੀਅਜ਼ ਦਾ ਫਾਈਨਲ ਬਣਾ ਦੇ, ਆਸਟ੍ਰੇਲੀਆ ਨਾਲ ਉਹਦਾ ਮੁਕਾਬਲਾ ਹੋ ਜਾਏ। ਤੇ ਲੋ ਜੀ, ਇਹ ਵਰਲਡ ਕੱਪ ਦੇ ਉੱਤੇ ਤਾਜ਼ਾ ਤਰੀਨ ਜਿਹੜੇ ਸਾਡਾ ਤਬਸਰਾ ਸੀ, ਇਹਦੇ ਵਿੱਚ ਪਾਕਿਸਤਾਨ ਟੀਮ ਦੇ ਉੱਤੇ ਵੀ ਅਸੀਂ ਗੱਲ ਕੀਤੀ। ਬਾਬਰ ਆਜ਼ਮ ਨੇ ਕਾਫੀ ਕਲੀਅਰ ਕਰ ਦਿੱਤੀ ਗੱਲ ਕਿ, ਔਰ ਇੱਥੋਂ ਹਾਸ਼ਮੀ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਪਾਕਿਸਤਾਨ ਦੀ ਟੀਮ ਮੈਨੇਜਮੈਂਟ ਨੂੰ, ਬੋਰਡ ਨੂੰ, ਕਪਤਾਨ ਨੂੰ, ਸਭ ਨੂੰ ਪਤਾ ਸੀ ਕਿ ਟੀਮ ਦੇ ਵਿੱਚ ਇੱਕ ਡਿਵੀਜ਼ਨ ਹੈਗੀ, ਗਰੁੱਪ ਬੰਦੀ ਹੈਗੀ, ਔਰ ਉਹ ਗਰੁੱਪ ਬੰਦੀ ਕੌਣ ਕਰਨ ਡਏ ਨੇ ਇਹ ਵੀ ਉਹਨਾਂ ਨੂੰ ਪਤਾ ਸੀ। ਲੇਕਿਨ ਸ਼ਾਇਦ ਵਰਲਡ ਕੱਪ ਤੋਂ ਫੌਰਨ ਪਹਿਲੇ ਉਹ ਕੋਈ ਐਸਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿੰਦੀ ਵਜ੍ਹਾ ਨਾਲ ਕੋਈ ਤਾਸਰ ਮੰਨਫੀ ਜਾਂਦਾ, ਤੇ ਉਹਨਾਂ ਨੇ ਚਾਂਸ ਵੀ ਦਿੱਤਾ। ਇਹ ਵੀ ਕਹਿ ਲਓ ਕਿ ਉਹਨਾਂ ਪਲੇਅਰਸ ਨੂੰ ਕੋਈ ਸੁਧਰਨ ਦਾ, ਪਰ ਉਹ ਨਹੀਂ ਸੁਧਰੇ। ਤੇ ਹੁਣ ਨਤੀਜਾ ਇਹੋ ਹੀ ਨਿਕਲਣਾ ਕਿ ਉਹ ਜਿਹੜੇ 5-6 ਪਲੇਅਰ ਨੇ ਉਹ ਟੀਮੋਂ ਬਾਹਰ ਹੋਣਗੇ। ਤੇ ਉਮੀਦ ਹੈ ਕਿ ਨਵੇਂ ਜਿਹੜੇ ਲੋਕ ਰੱਖੇ ਜਾਣਗੇ। ਕਈ ਮੁੰਡਿਆਂ ਦੀ ਦੱਸ ਪਾਈ ਜਾ ਰਹੀ ਕਿ ਉਹ ਬੜਾ ਪਰਫਾਰਮ ਡੋਮੈਸਟਿਕ ਦੇ ਵਿੱਚ ਕਰਨ ਡਏ ਨੇ। ਇਹ T20 ਦੀ ਬਜਾਏ ਡੋਮੈਸਟਿਕ ਦੇ ਜਿਹੜੇ ਖੇਡ ਕੇ ਆਉਣਗੇ ਤੇ ਉਹ ਜ਼ਿਆਦਾ ਅੱਛਾ ਔਰ ਬਿਹਤਰ ਤਜਰਬਾ ਰੱਖਣ ਵਾਲੇ ਹੋਣਗੇ, ਮੁਸਤਹਿਕਮ ਪਰਫਾਰਮੈਂਸ ਹੋਵੇਗੀ ਉਹਨਾਂ ਦੀ। ਤੇ ਇਜਾਜ਼ਤ ਦਿਓ ਜਨਾਬ, ਅਗਲੇ ਵਲੌਗ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਜਿਉਂਦੇ ਰਹੋ, ਵਸਦੇ ਰਹੋ।